ਸਤਿ ਸ਼੍ਰੀ ਅਕਾਲ ਜੀ। ਕੈਨੇਡਾ ਨਿਊਜ਼ ਬੁਲਟਨ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਸਿਮਰਨਜੀਤ ਕੌਰ ਗਿੱਲ। ਖਬਰਾਂ ਤੋਂ ਪਹਿਲਾਂ ਨਜ਼ਰ ਮਾਰ ਲੈਂਦੇ ਹਾਂ ਮੁੱਖ ਹੈਡਲਾਈਨਸ ਤੇ। ਸਿਹਤ ਮੰਤਰੀ ਮਾਰਕ ਹੋਲੈਂਡ ਨੇ ਕੀਤੀ ਘੋਸ਼ਣਾ, ਸਸਕੇਚੁਆਨ ਦੇ ਨਾਲ ਕੀਤੇ ਗਏ 2 ਸਮਝੌਤੇ। ਟੋਰਾਂਟੋ ਪੁਲਿਸ ਚੀਫ ਨੇ ਦਿੱਤੀ ਜਾਣਕਾਰੀ, ਨਫ਼ਰਤੀ ਅਪਰਾਧਾਂ 'ਚ ਹੋ ਰਿਹਾ ਹੈ ਵਾਧਾ। ਆਟੋ ਚੋਰੀ ਬਣੀ ਗੰਭੀਰ ਮੁੱਦਾ, ਟੋਰਾਂਟੋ ਪੁਲਿਸ ਚੀਫ ਨੇ ਅਪਡੇਟ ਕੀਤੀ ਪ੍ਰਦਾਨ। AI ਰਾਹੀਂ ਠੱਗੇ ਗਏ ਹਜ਼ਾਰਾਂ ਰੁਪਏ, ਕ੍ਰਿਪਟੋ ਕਰੰਸੀ ਘੁਟਾਲਾ ਆਇਆ ਸਾਹਮਣੇ। ਤੇ ਹੁਣ ਖਬਰਾਂ ਵਿਸਥਾਰ ਨਾਲ। ਸਿਹਤ ਦੇਖ ਰੇਖ ਨੂੰ ਦੇਖਦਿਆਂ ਸਰਕਾਰ ਨੇ ਮੁੜ ਨਵਾਂ ਐਲਾਨ ਕਰ ਦਿੱਤਾ ਹੈ। ਫੈਡਰਲ ਸਿਹਤ ਮੰਤਰੀ ਮਾਰਕ ਹੋਲੈਂਡ ਨੇ ਸਸਕੇਚੁਆਨ ਦੇ ਨਾਲ $560 ਮਿਲੀਅਨ ਤੋਂ ਵੱਧ ਦੇ 2 ਸਮਝੌਤਿਆਂ ਦਾ ਐਲਾਨ ਕੀਤਾ ਹੈ। ਰਜੀਨਾ ਵਸਨੀਕਾਂ ਲਈ ਸਿਹਤ ਸੰਭਾਲ ਸੇਵਾਵਾਂ ਦੇ ਨਾਲ-ਨਾਲ ਲੰਮੇ ਸਮੇਂ ਦੀ ਦੇਖਭਾਲ ਅਤੇ ਘਰੇਲੂ ਦੇਖਭਾਲ ਸਹਾਇਤਾ ਵਿੱਚ ਸੁਧਾਰ ਕਰਨ ਲਈ ਇਹ ਐਲਾਨ ਕੀਤਾ ਗਿਆ ਹੈ। ਇਹ ਫੰਡਿੰਗ 2 ਦੁਵੱਲੇ ਸਮਝੌਤਿਆਂ ਦੇ ਵਿੱਚ ਕੀਤੀ ਜਾ ਰਹੀ ਹੈ। ਵਰਕਿੰਗ ਟੂਗੇਦਰ ਸਮਝੌਤੇ ਵਿੱਚ ਸਿਹਤ ਸੰਭਾਲ ਪ੍ਰਣਾਲੀ ਵਿੱਚ ਸੁਧਾਰ ਕਰਨ ਲਈ $391 ਮਿਲੀਅਨ ਦੇ ਕਰੀਬ ਫੰਡਿੰਗ ਹੈ। ਹੋਰ $169 ਮਿਲੀਅਨ ਏਜਿੰਗ ਵਿਦ ਡਿਗਨਿਟੀ ਐਗਰੀਮੈਂਟ, ਹੋਮ ਕੇਅਰ, ਪੈਲੀਏਟਿਵ ਕੇਅਰ ਅਤੇ ਲੰਬੀ ਅਵਧੀ ਦੇਖਭਾਲ ਪਹਿਲਕਦਮੀਆਂ ਦਾ ਸਮਰਥਨ ਕਰਨ ਦੇ ਵਿੱਚ ਇਹ ਫੰਡਿੰਗ ਸ਼ਾਮਿਲ ਹੈ। So as a government, this will represent 26 different agreements, all of which will be completed by the end of March, representing some $200 billion of investment in our health system over the next 10 years. This is in addition to the work that we're doing in dental care, which is essential not only as a matter of social justice, but as preventative medicine. What we're doing with respect to diabetes drugs and contraceptives, which again are essential for getting upstream and avoiding illness before it happens. And obviously the work that we need to continue to do together as partners in the space of data. Today, we're signing 2 agreements with the province of Saskatchewan that will invest $560 million for better health care right across the province. By working together, specifically in this instance with Minister Henley and the provinces to reach an agreement on working together, this represents $391 million over 3 years. This funding is going to be extremely important in improving access to family health services through funding for community-based physicians. It's going to be important to build capacity by creating 64 permanent acute and chronic care beds, including 36 in Saskatoon and 28 in Regina. It's going to support healthcare workers and tackle backlogs for the recruitment of up to 400 internationally educated healthcare workers and more clinical placements for the expansion of 550 post-secondary training seats. ਵਰਕਿੰਗ ਟੂਗੇਦਰ ਸਮਝੌਤਾ ਸਸਕੇਚੁਆਨ ਦੀ ਸਿਹਤ ਸੰਭਾਲ ਪ੍ਰਣਾਲੀ ਨੂੰ ਬਿਹਤਰ ਬਣਾਉਣ ਲਈ 3 ਸਾਲਾਂ ਦੀ ਕਾਰਜ ਯੋਜਨਾ ਦਾ ਸਮਰਥਨ ਕਰੇਗਾ, ਜਿਸ ਵਿੱਚ ਸਸਕੇਚੁਆਨ ਫੈਮਿਲੀ ਫਿਜ਼ੀਸ਼ੀਅਨ ਭੁਗਤਾਨ ਮਾਡਲ ਦਾ ਸਮਰਥਨ ਕਰਨਾ, ਸਸਕੇਟੂਨ ਦੇ ਗੰਭੀਰ ਦਰਦ ਕਲੀਨਿਕ ਦਾ ਵਿਸਥਾਰ ਕਰਨਾ, ਰਜੀਨਾ ਵਿੱਚ 28 ਅਤੇ ਸਸਕੇਟੂਨ ਵਿੱਚ 36 ਦੇ ਨਾਲ 64 ਨਵੇਂ ਸਥਾਈ ਤੀਬਰ ਦੇਖਭਾਲ ਅਤੇ ਕੰਪਲੈਕਸ ਕੇਅਰ ਬੈੱਡ ਬਣਾਉਣਾ ਵੀ ਸ਼ਾਮਿਲ ਹੈ। ਏਜਿੰਗ ਇਨ ਕੇਅਰ ਇਕਰਾਰਨਾਮੇ ਵਿੱਚ ਘਰ ਦੀ ਦੇਖਭਾਲ ਅਤੇ ਲੰਮੇ ਸਮੇਂ ਦੀ ਦੇਖਭਾਲ ਲਈ ਪ੍ਰੋਵਿੰਸ ਦੀ 5 ਸਾਲਾ ਕਾਰਜ ਯੋਜਨਾ ਨੂੰ ਸਮਰਥਨ ਦੇਣ ਲਈ ਪੈਸਾ ਸ਼ਾਮਿਲ ਹੈ। ਫੰਡਿੰਗ ਹੋਮ ਅਤੇ ਕਮਿਊਨਿਟੀ ਕੇਅਰ ਸੇਵਾਵਾਂ ਨੂੰ ਵਧਾਉਣ, ਉਪਚਾਰਕ ਦੇਖਭਾਲ ਵਿੱਚ ਸੁਧਾਰ ਕਰਨ ਅਤੇ ਲੰਮੇ ਸਮੇਂ ਦੀ ਦੇਖਭਾਲ ਅਤੇ ਘਰੇਲੂ ਦੇਖਭਾਲ ਸੇਵਾਵਾਂ ਨੂੰ ਮਜ਼ਬੂਤ ਕਰਨ ਲਈ ਕੀਤੀ ਜਾਵੇਗੀ। GTA ਵਿੱਚ ਲਗਾਤਾਰ ਨਫ਼ਰਤੀ ਅਪਰਾਧ ਵਧਦੇ ਜਾ ਰਹੇ ਨੇ, ਜਿਸ ਨੂੰ ਲੈ ਕੇ ਪੁਲਿਸ ਵੀ ਸਰਗਰਮੀ ਦੇ ਨਾਲ ਕੰਮ ਕਰ ਰਹੀ ਹੈ। ਟੋਰਾਂਟੋ ਪੁਲਿਸ ਦੇ ਚੀਫ ਮੈਰਨ ਟੈਮਕਿਊ ਨੇ ਟੋਰਾਂਟੋ ਪੁਲਿਸ ਸਰਵਿਸਿਜ਼ ਬੋਰਡ ਨੂੰ ਸ਼ਹਿਰ ਵਿੱਚ ਨਫ਼ਰਤੀ ਅਪਰਾਧਾਂ ਬਾਰੇ ਇੱਕ ਅਪਡੇਟ ਪ੍ਰਦਾਨ ਕੀਤੀ ਹੈ। ਇਹ ਅਪਰਾਧਾਂ ਦੀ ਗਿਣਤੀ ਪਿਛਲੇ ਸਾਲ ਅਕਤੂਬਰ ਤੋਂ ਲਗਾਤਾਰ ਵਧ ਰਹੀ ਹੈ। ਟੋਰਾਂਟੋ ਦੇ ਪੁਲਿਸ ਮੁਖੀ ਦਾ ਕਹਿਣਾ ਹੈ ਕਿ ਫਰਵਰੀ ਵਿੱਚ ਸ਼ਹਿਰ ਵਿੱਚ ਨਫ਼ਰਤੀ ਅਪਰਾਧਾਂ ਦੀਆਂ ਰਿਪੋਰਟਾਂ ਵਿੱਚ ਫਿਰ ਵਾਧਾ ਹੋਇਆ ਹੈ, ਕਿਉਂਕਿ ਸ਼ਹਿਰ ਮੱਧ ਪੂਰਬ ਵਿੱਚ ਸੰਘਰਸ਼ ਨਾਲ ਜੂਝ ਰਿਹਾ ਹੈ। ਟੋਰਾਂਟੋ ਪੁਲਿਸ ਸਰਵਿਸਿਜ਼ ਬੋਰਡ ਨੂੰ ਆਪਣੇ ਨਿਯਮਿਤ ਅਪਡੇਟ ਵਿੱਚ ਚੀਫ ਮੈਰਨ ਟੈਮਕਿਊ ਨੇ ਇਹ ਜਾਣਕਾਰੀ ਸਾਂਝੀ ਕੀਤੀ ਕਿ ਹਮਾਸ ਦੇ ਇਜ਼ਰਾਈਲ ਉੱਤੇ 7 ਅਕਤੂਬਰ ਦੇ ਹਮਲੇ ਤੋਂ ਬਾਅਦ ਨਫ਼ਰਤ ਪ੍ਰੇਰਿਤ ਅਪਰਾਧਾਂ ਦੀ ਰਿਪੋਰਟ ਕੀਤੀ ਗਈ ਗਿਣਤੀ ਵਿੱਚ ਵੀ ਵਾਧਾ ਹੋਇਆ ਹੈ। ਉਨ੍ਹਾਂ ਕਿਹਾ ਕਿ 7 ਅਕਤੂਬਰ ਨੂੰ ਇਜ਼ਰਾਈਲ ਤੇ ਹਮਲੇ ਤੋਂ ਬਾਅਦ 999 ਨਫ਼ਰਤ ਅਪਰਾਧ ਕਾਲਾਂ ਦਾ ਜਵਾਬ ਦਿੱਤਾ ਗਿਆ ਹੈ, ਜੋ ਕਿ 93% ਵਾਧਾ ਹੈ। ਪੁਲਿਸ ਨੇ 7 ਅਕਤੂਬਰ 2023 ਤੋਂ ਹੁਣ ਤੱਕ 24 ਪ੍ਰਦਰਸ਼ਨ ਸੰਬੰਧਿਤ ਗ੍ਰਿਫਤਾਰੀਆਂ ਕੀਤੀਆਂ ਨੇ ਤੇ ਉਹਨਾਂ ਤੇ 30 ਦੋਸ਼ ਲਗਾਏ ਨੇ। It has been 163 days since the Middle East crisis began, and the impact on our city is significant. Officers have made 24 protest-related arrests and laid 30 charges since October 7th in response to threats, assaults, and mischief. Investigations continue, and charges may still be laid as investigators review evidence after some of these events.
Policing public demonstrations in a free and democratic society is complex. We are seeing a change in behavior and tactics at demonstrations. We will not allow critical infrastructure to be closed by demonstrators. We will enforce the law and maintain the delicate balance between public safety and freedom of expression and the right to assembly. Project Resolute continues to be a large-scale operation that involves engagement with the Jewish and Muslim communities, additional patrols, command posts, and increased presence around places of worship. This morning, I reported to the board that since October 7th, hate crime is up 93% over the same period last year. Since October 7th, we have attended 989 hate crime calls for service, and there have been 203 hate crime occurrences. We are attending, on average, 157 hate crime calls a month. Of the 84 hate crimes so far in 2024, 56% are anti-Semitic. While underreporting of all forms of hate is a concern, I know from talking to people in the community that Islamophobia is a significant concern, and given our statistics, I am concerned about significant underreporting. Since October 7, 2023, there have been 69 arrests and 173 charges related to hate crime occurrences, including mischief, assault, and uttering threats. We continue to see hate-related graffiti with 342 occurrences since October 7th. ਜ਼ਿਕਰਯੋਗ ਹੈ ਕਿ 2024 ਵਿੱਚ ਪੁਲਿਸ ਨੇ ਜਾਣਕਾਰੀ ਸਾਂਝੀ ਕੀਤੀ ਹੈ ਕਿ 2023 ਦੇ ਸ਼ੁਰੂਆਤੀ ਮਹੀਨਿਆਂ ਦੌਰਾਨ 225 ਦੇ ਮੁਕਾਬਲੇ 304 ਨਫ਼ਰਤੀ ਅਪਰਾਧਾਂ ਦੇ ਨਾਲ ਸੰਬੰਧਿਤ ਕਾਲਾਂ ਪਾਈਆਂ ਗਈਆਂ ਨੇ, ਜਿਨ੍ਹਾਂ ਦੇ ਨਾਲ ਨਜਿੱਠਣ ਲਈ ਪੁਲਿਸ ਜਾਂਚ ਪੜਤਾਲਾਂ ਦੇ ਵਿੱਚ ਵੀ ਜੁਟੀ ਹੋਈ ਹੈ। ਕੈਨੇਡਾ ਭਰ ਵਿੱਚ ਆਟੋ ਚੋਰੀ ਇੱਕ ਗੰਭੀਰ ਮੁੱਦਾ ਬਣੀ ਹੋਈ ਹੈ। ਸਰਕਾਰ ਇਸ ਨਾਲ ਨਜਿੱਠਣ ਲਈ ਕਈ ਹੀਲੇ ਵਸੀਲੇ ਕਰਦੀ ਵੀ ਵਿਖਾਈ ਦੇ ਰਹੀ ਹੈ। ਟੋਰਾਂਟੋ ਪੁਲਿਸ ਦੇ ਚੀਫ ਮਾਰਨ ਟੈਮਕਿਊ ਨੇ ਟੋਰਾਂਟੋ ਪੁਲਿਸ ਸਰਵਿਸਿਜ਼ ਬੋਰਡ ਨੂੰ ਆਟੋ ਚੋਰੀਆਂ ਦੇ ਨਾਲ-ਨਾਲ ਕਾਰ ਜੈਕਿੰਗ ਬਾਰੇ ਵੀ ਇੱਕ ਅਪਡੇਟ ਪ੍ਰਦਾਨ ਕੀਤੀ ਹੈ। ਚੀਫ ਨੇ ਆਟੋ ਚੋਰੀਆਂ ਤੇ ਕਾਰ ਜੈਕਿੰਗ ਸੰਬੰਧੀ ਵੀ ਅਪਡੇਟ ਪ੍ਰਦਾਨ ਕੀਤੀ ਹੈ। ਉਹਨਾਂ ਨੇ ਬੋਰਡ ਨੂੰ ਦੱਸਿਆ ਹੈ ਕਿ ਪਿਛਲੇ ਸਾਲ ਟੋਰਾਂਟੋ ਵਿੱਚ 12,000 ਤੋਂ ਵੱਧ ਵਾਹਨ ਚੋਰੀ ਹੋਏ ਸਨ। ਇੱਕ ਦਿਨ ਵਿੱਚ 34 ਵਾਹਨ ਜਾਂ ਹਰ 40 ਮਿੰਟਾਂ ਦੇ ਵਿੱਚ ਇੱਕ ਵਾਹਨ ਚੋਰੀ ਹੋਣ ਦੇ ਬਰਾਬਰ ਹੈ। ਉਹਨਾਂ ਦਾ ਕਹਿਣਾ ਹੈ ਕਿ ਪੁਲਿਸ ਕੋਲ 2024 ਵਿੱਚ ਹੁਣ ਤੱਕ 68 ਕਾਰ ਚੈਕਿੰਗਸ ਹੋ ਚੁੱਕੀਆਂ ਨੇ। ਇਹ ਪਿਛਲੇ ਸਾਲ ਦੀ ਇਸੇ ਮਿਆਦ ਦੇ ਮੁਕਾਬਲੇ 106% ਦਾ ਵਾਧਾ ਹੈ। ਉਹਨਾਂ ਕਿਹਾ ਹੈ ਕਿ ਅਸੀਂ ਸ਼ਹਿਰ ਭਰ ਵਿੱਚ ਇਸ ਨੂੰ ਸੰਬੋਧਿਤ ਕਰਨ ਲਈ ਬਹੁਤ ਸਾਰੇ ਸਰੋਤ ਲਗਾ ਰਹੇ ਹਾਂ ਅਤੇ ਅਸੀਂ ਹਿੰਸਾ, ਧਮਕੀਆਂ ਤੇ ਧਮਕੀਆਂ ਦੇ ਵਿੱਚ ਵਾਧਾ ਵੀ ਵੇਖਿਆ, ਜਿੱਥੇ ਹਥਿਆਰਾਂ ਦੀ ਵਰਤੋਂ ਵਾਹਨ ਚੋਰੀ ਕਰਨ ਲਈ ਵੀ ਕੀਤੀ ਜਾ ਰਹੀ ਹੈ। Last year, more than 12,000 vehicles were stolen in Toronto. That's 34 vehicles every day. That's one every 40 minutes. We have seen a rise in carjackings and break-and-enters for car keys. We know this is a concern for our communities, and we are continuing to take action. We are collating the Provincial Carjacking Task Force with the Ontario Provincial Police. They are doing exceptional work. As of yesterday, the task force has arrested 121 suspects, laid 730 charges, and recovered 157 stolen vehicles. We are putting a significant amount of resources forward to address this citywide. The service has been very clear. There's a number of crime prevention things that people can consider. And again, I draw your attention to our website. Use, good thinking around your own environment. Cutting hedges back, making sure the lighting is good, parking your car in your garage, etc. There are a number of things for residents to consider to prevent this type of activity. ਜ਼ਿਕਰਯੋਗ ਹੈ ਕਿ ਚੀਫ ਨੇ ਇਹ ਵੀ ਕਿਹਾ ਕਿ ਆਟੋ ਚੋਰੀਆਂ ਲਈ ਬ੍ਰੇਕ ਐਂਡ ਐਂਟਰਸ ਦੇ ਮਾਮਲੇ ਵੀ ਲਗਾਤਾਰ ਵਧਦੇ ਜਾ ਰਹੇ ਨੇ। ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ 34 ਘਟਨਾਵਾਂ ਹੋ ਚੁੱਕੀਆਂ ਨੇ, ਜੋ ਕਿ ਇੱਕ ਵਾਧਾ ਹੈ ਤੇ ਨਿਰੰਤਰ ਇਹ ਜਾਰੀ ਹੈ। ਪੁਲਿਸ ਦਾ ਕਹਿਣਾ ਹੈ ਕਿ ਆਟੋ ਥੈਫਟ ਨੂੰ ਰੋਕਣ ਵਾਸਤੇ ਲਗਾਤਾਰ ਪੁਲਿਸ ਦੇ ਵੱਲੋਂ ਕੰਮ ਕੀਤੇ ਜਾ ਰਹੇ ਨੇ ਅਤੇ ਇਹਨਾਂ ਨੂੰ ਨਜਿੱਠਣ ਵਾਸਤੇ ਪੁਲਿਸ ਹੋਰ ਮਜ਼ਬੂਤੀ ਦੇ ਨਾਲ ਕੰਮ ਕਰ ਰਹੀ ਹੈ। ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਆਉਣ ਤੋਂ ਬਾਅਦ ਜਿੱਥੇ ਕਈ ਕੰਮ ਆਸਾਨ ਹੋ ਗਏ ਨੇ, ਉੱਥੇ ਹੀ ਲੋਕ ਇਸ ਦਾ ਫਾਇਦਾ ਘਪਲੇ ਤੇ ਠੱਗੀਆਂ ਕਰਨ ਲਈ ਵੀ ਕਰ ਰਹੇ ਨੇ। ਹਾਲ ਹੀ ਦੇ ਵਿੱਚ ਟੋਰਾਂਟੋ ਦੇ ਰਹਿਣ ਵਾਲੇ ਇੱਕ ਵਿਅਕਤੀ ਨੇ ਇੱਕ ਕ੍ਰਿਪਟੋ ਕਰੰਸੀ ਘੁਟਾਲੇ ਬਾਰੇ ਜਾਣਕਾਰੀ ਦਿੱਤੀ ਹੈ। ਵਿਅਕਤੀ ਮੁਤਾਬਿਕ AI ਦੁਆਰਾ ਤਿਆਰ ਨਿਊਜ਼ ਸਾਈਟਾਂ ਦੀ ਵਰਤੋਂ ਕਰਦੇ ਹੋਏ ਪੀੜਤ ਨੂੰ ਜਾਲ ਵਿੱਚ ਫਸਾਇਆ ਗਿਆ ਤੇ ਉਸਨੇ ਆਪਣੀ ਮਿਹਨਤ ਦੇ $17,000 ਗਵਾ ਦਿੱਤੇ ਨੇ।
ਪੀੜਿਤ ਨੇ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਉਹ ਇੱਕ ਆਨਲਾਈਨ ਲੇਖ ਪੜ੍ਹ ਕੇ ਰਿਮੋਟ ਸੌਫਟਵੇਅਰ ਦੀ ਵਰਤੋਂ ਕਰਕੇ ਨਿਵੇਸ਼ ਕਰਨ ਲਈ ਰਾਜ਼ੀ ਹੋ ਗਿਆ ਸੀ, ਜਿਸ ਵਿੱਚ ਇੱਕ ਪ੍ਰਮੁੱਖ ਕੈਨੇਡੀਅਨ ਵਪਾਰਕ ਰਿਪੋਰਟਰ ਦੁਆਰਾ ਸਕਾਰਾਤਮਕ ਸਮੀਖਿਆ ਦਿਖਾਈ ਗਈ ਸੀ। ਉਸਨੇ ਦੱਸਿਆ ਹੈ ਕਿ ਉਹ ਬਹੁਤ ਸਾਰਾ ਪੈਸਾ ਕਮਾ ਰਿਹਾ ਸੀ, ਜਿਸ ਕਾਰਨ ਉਸਨੇ ਨਿਵੇਸ਼ ਕੀਤਾ। ਕਹਾਣੀ ਵਿੱਚ ਨਾਮ ਦੇ ਉਸੇ ਵਪਾਰਕ ਪਲੇਟਫਾਰਮ ਦੇ ਨਾਲ ਸੰਪਰਕ ਕਰਨ ਤੋਂ ਬਾਅਦ ਪੀੜਿਤ ਨੇ ਕਿਹਾ ਕਿ ਉਸਨੂੰ ਤੁਰੰਤ ਵੱਡੀ ਰਿਟਰਨ ਦਿਖਾਈ ਦੇਣ ਲੱਗੀ। ਪੀੜਿਤ ਨੇ ਕਿਹਾ ਕਿ ਮੈਂ $2000 ਦਾ ਨਿਵੇਸ਼ ਕੀਤਾ ਤੇ ਥੋੜੇ ਸਮੇਂ ਬਾਅਦ ਹੀ ਇਹ ਵਧਣਾ ਸ਼ੁਰੂ ਹੋ ਗਿਆ। ਮੈਂ ਸਿਰਫ ਇੱਕ ਕੰਪਨੀ ਦਾ ਵਪਾਰ ਕੀਤਾ ਤੇ ਮੈਂ $26000 ਦੇ ਨਾਲ ਇਸ ਨੂੰ ਵਾਧੇ ਦੇ ਵਿੱਚ ਵੇਖਿਆ ਹੈ। ਹਾਲਾਂਕਿ ਉਸਨੇ ਜੋ ਕਹਾਣੀ ਪੜ੍ਹੀ ਸੀ ਉਹ ਫਰਜ਼ੀ ਸੀ ਅਤੇ ਅਪਰਾਧੀਆਂ ਦੁਆਰਾ ਬਣਾਈ ਗਈ ਸੀ। ਪੀੜਿਤ ਨੇ ਕਿਹਾ ਕਿ ਜਦੋਂ ਉਸਨੇ ਇੱਕ ਰਿਮੋਟ ਐਕਸੈਸ ਸੌਫਟਵੇਅਰ ਡਾਊਨਲੋਡ ਕੀਤਾ ਤਾਂ ਵਪਾਰਕ ਕੰਪਨੀ ਨੇ ਉਸਨੂੰ ਸਲਾਹ ਦਿੱਤੀ ਤੇ ਫਿਰ ਉਸਦੇ ਬੈਂਕ ਖਾਤੇ ਦੇ ਵਿੱਚੋਂ ਪੈਸੇ ਗਾਇਬ ਹੋਣੇ ਸ਼ੁਰੂ ਹੋ ਗਏ। ਪੀੜਿਤ ਨੇ ਵੀ ਜਾਣਕਾਰੀ ਦਿੱਤੀ ਹੈ ਕਿ ਐਨੀ ਡੈਸਕ ਨਾਲ ਤੁਹਾਨੂੰ ਉਹਨਾਂ ਨੂੰ ਸੱਦਾ ਦੇਣਾ ਪੈਂਦਾ ਹੈ। ਜਦੋਂ ਤੁਸੀਂ ਉਹਨਾਂ ਨੂੰ ਸੱਦਾ ਦਿੰਦੇ ਹੋ ਤੇ ਫਿਰ ਉਸ ਤੋਂ ਬਾਅਦ ਉਹ ਤੁਹਾਡੇ ਖਾਤੇ ਨੂੰ ਆਪਣੇ ਆਪ ਸੰਭਾਲ ਲੈਂਦੇ ਨੇ। ਪੀੜਿਤ ਨੇ ਕਿਹਾ ਕਿ ਉਸਦੇ ਖਾਤੇ ਵਿੱਚੋਂ 3 ਟ੍ਰਾਂਸਫਰ ਕੀਤੇ ਗਏ ਸਨ। ਇਹਨਾਂ ਵਿੱਚ $3000, $3000 ਅਤੇ ਫਿਰ ਉਸ ਤੋਂ ਬਾਅਦ $3000 ਦੀਆਂ 3 ਟ੍ਰਾਂਜੈਕਸ਼ਨਾਂ ਕੀਤੀਆਂ ਗਈਆਂ, ਜਿਸ ਤੋਂ ਬਾਅਦ $9000 ਤੁਰੰਤ ਚਲੇ ਗਏ। ਅੰਤ ਦੇ ਵਿੱਚ ਪੀੜਿਤ ਨੂੰ $17000 ਦੇ ਨਾਲ ਹੀ ਧੋਖਾ ਮਿਲਿਆ। ਇਹ ਸਾਈਬਰ ਸੁਰੱਖਿਆ ਮਾਹਿਰਾਂ ਦੁਆਰਾ ਉਜਾਗਰ ਕੀਤੀਆਂ ਗਈਆਂ ਚਿੰਤਾਵਾਂ ਦੇ ਵਿੱਚੋਂ ਇੱਕ ਹੈ, ਜੋ ਕਹਿੰਦੇ ਨੇ ਕਿ ਅਪਰਾਧੀਆਂ ਨੇ ਨਿਵੇਸ਼ਕਾਂ ਨੂੰ ਲੁਭਾਉਣ ਲਈ AI ਦੀ ਵਰਤੋਂ ਕਰਕੇ ਜਾਲੀ ਇਸ਼ਤਿਹਾਰ ਅਤੇ ਖਬਰਾਂ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ ਨੇ। ਕੈਨੇਡੀਅਨ ਐਂਟੀ ਫਰਾਡ ਸੈਂਟਰ ਦੇ ਅਨੁਸਾਰ ਕੈਨੇਡੀਅਨਾਂ ਨੇ 2023 ਵਿੱਚ ਨਿਵੇਸ਼ ਘੁਟਾਲਿਆਂ ਵਿੱਚ ਲਗਭਗ $310 ਮਿਲੀਅਨ ਦਾ ਨੁਕਸਾਨ ਝੇਲਿਆ ਹੈ। ਜ਼ਿਆਦਾਤਰ ਧੋਖਾਧੜੀ ਵਿੱਚ ਕ੍ਰਿਪਟੋ ਕਰੰਸੀ ਪਲੇਟਫਾਰਮਾਂ ਵਿੱਚ ਨਿਵੇਸ਼ ਕਰਨ ਵਾਲੇ ਲੋਕਾਂ ਨੂੰ ਸ਼ਾਮਿਲ ਕੀਤਾ ਗਿਆ ਸੀ, ਜੋ ਉਹਨਾਂ ਨੇ ਜਾਲੀ ਖਬਰਾਂ ਜਾਂ ਇਸ਼ਤਿਹਾਰਾਂ ਨਾਲ ਆਨਲਾਈਨ ਜੁੜੇ ਹੋਏ ਸਨ। AI ਉਸ ਗਤੀ ਨੂੰ ਤੇਜ਼ ਕਰ ਰਿਹਾ ਹੈ ਜਿਸ ਵਿੱਚ ਲੋਕਾਂ ਨੂੰ ਮੂਰਖ ਬਣਾਇਆ ਜਾ ਰਿਹਾ ਹੈ। ਸਾਈਬਰ ਸੁਰੱਖਿਆ ਮਾਹਿਰ ਅਤੇ ਡਾਟਾਰਿਸਟ ਕੈਨੇਡਾ ਦੇ ਪ੍ਰਧਾਨ ਨੇ ਇਹ ਕਿਹਾ ਹੈ। ਉਹਨਾਂ ਨੇ ਇਹ ਵੀ ਕਿਹਾ ਹੈ ਕਿ ਜੇਕਰ ਤੁਸੀਂ ਮਸ਼ਹੂਰ ਹਸਤੀਆਂ ਨੂੰ ਕ੍ਰਿਪਟੋ ਕਰੰਸੀ ਨੂੰ ਉਤਸ਼ਾਹਿਤ ਕਰਦੇ ਹੋਏ ਦੇਖਦੇ ਹੋ ਤਾਂ ਤੁਹਾਨੂੰ ਸ਼ੱਕੀ ਹੋਣ ਦੀ ਲੋੜ ਹੈ, ਕਿਉਂਕਿ ਕਹਾਣੀਆਂ ਜਾਂ ਵਿਗਿਆਪਨ ਜ਼ਿਆਦਾਤਰ ਸੰਭਾਵਿਤ ਤੌਰ ਤੇ ਧੋਖਾਧੜੀ ਕਰਨ ਵਾਲੇ ਹੁੰਦੇ ਨੇ। ਇਸ ਤੋਂ ਇਲਾਵਾ ਪ੍ਰਧਾਨ ਨੇ ਇਹ ਵੀ ਕਿਹਾ ਹੈ ਕਿ ਤੁਹਾਡੇ ਕੰਪਿਊਟਰ ਤੇ ਰਿਮੋਟ ਐਕਸੈਸ ਸੌਫਟਵੇਅਰ ਦੀ ਇਜਾਜ਼ਤ ਦੇਣ ਦਾ ਮਤਲਬ ਹੈ ਕਿ ਕੋਈ ਹਜ਼ਾਰਾਂ ਕਿਲੋਮੀਟਰ ਦੂਰ ਤੋਂ ਤੁਹਾਡੇ ਕੰਪਿਊਟਰ ਨੂੰ ਕੰਟਰੋਲ ਕਰ ਸਕਦਾ ਹੈ। ਮਤਲਬ ਤੁਸੀਂ ਸਕੈਮਰਾਂ ਨੂੰ ਤੁਹਾਡੇ ਸਾਰੇ ਖਾਤਿਆਂ ਤੱਕ ਪਹੁੰਚਣ ਵਾਸਤੇ ਮਦਦ ਕਰ ਰਹੇ ਹੋ। ਐਨੀ ਡੈਸਕ ਰਿਮੋਟ ਕੰਟਰੋਲ ਸੌਫਟਵੇਅਰ ਹੈ ਜੋ ਤੁਹਾਡੇ ਕੰਪਿਊਟਰ ਨੂੰ ਪੂਰੀ ਤਰ੍ਹਾਂ ਕੰਟਰੋਲ ਕਰਦਾ ਹੈ, ਜਿਵੇਂ ਕਿ ਅਪਰਾਧੀ ਇਸ ਦੇ ਸਾਹਮਣੇ ਬੈਠ ਕੇ ਖੁਦ ਇਹ ਸਭ ਕਰ ਰਹੇ ਹੋਣ। ਇਸ ਦੇ ਨਾਲ ਹੀ ਪ੍ਰਧਾਨ ਨੇ ਪੀੜਿਤ ਵੱਲੋਂ ਡਾਊਨਲੋਡ ਕੀਤੇ ਗਏ ਸੌਫਟਵੇਅਰ ਸੰਬੰਧੀ ਅਜਿਹੀ ਜਾਣਕਾਰੀ ਦਿੱਤੀ ਹੈ। ਪੀੜਿਤ ਦਾ ਕਹਿਣਾ ਹੈ ਕਿ ਇਹ ਲੱਗ ਸਕਦਾ ਹੈ ਕਿ ਤੁਹਾਡੇ ਨਿਵੇਸ਼ ਵਧ ਰਹੇ ਨੇ, ਪਰ ਜਿਵੇਂ ਹੀ ਤੁਸੀਂ ਆਪਣੇ ਪੈਸੇ ਕਢਵਾਉਣਾ ਚਾਹੁੰਦੇ ਹੋ, ਆਪਣੇ ਰਿਟਰਨ ਲੈਣਾ ਚਾਹੁੰਦੇ ਹੋ ਤਾਂ ਉਹ ਪੈਸੇ ਗਾਇਬ ਹੋ ਜਾਂਦੇ ਨੇ। ਜਾਣਕਾਰੀ ਮੁਤਾਬਿਕ ਕੈਨੇਡਾ ਦੀ ਸਾਈਬਰ ਪੁਲਿਸ ਇਸ ਮਾਮਲੇ ਦੀ ਤਫਤੀਸ਼ ਕਰਨ ਦੇ ਵਿੱਚ ਜੁਟੀ ਹੋਈ ਹੈ ਤੇ ਆਏ ਦਿਨ ਇਹਨਾਂ ਸਕੈਮਰਾਂ ਨੂੰ ਲੱਭਣ ਵਾਸਤੇ ਪੁਲਿਸ ਨਿਰੰਤਰ ਕੋਸ਼ਿਸ਼ਾਂ ਕਰਨੀਆਂ ਜਾਰੀ ਰੱਖ ਰਹੀ ਹੈ। OC ਟਰਾਂਸਪੋਰਟ ਬੱਸਾਂ ਹੁਣ ਇਲੈਕਟ੍ਰਿਕ ਹੋ ਰਹੀਆਂ ਨੇ। ਆਟਵਾ ਸਰਕਾਰ ਹੌਲੀ-ਹੌਲੀ ਇਸ ਦੇ ਵਿਕਾਸ ਲਈ ਕੰਮ ਕਰ ਰਹੀ ਹੈ। ਇਸ ਦੇ ਨਾਲ ਡੀਜ਼ਲ ਨਾਲ ਚੱਲਣ ਵਾਲੀਆਂ ਬੱਸਾਂ ਘਟਾ ਜਾਂ ਫਿਰ ਹੌਲੀ-ਹੌਲੀ ਬੰਦ ਕਰ ਦਿੱਤੀਆਂ ਜਾਣਗੀਆਂ ਅਤੇ ਕੇਵਲ ਇਲੈਕਟ੍ਰਿਕ ਬੱਸਾਂ ਹੀ ਰਹਿ ਜਾਣਗੀਆਂ। ਇਹਨਾਂ ਬੱਸਾਂ ਨੂੰ ਚਾਰਜਰ ਦੇ ਰਾਹੀਂ ਚਾਰਜ ਕੀਤਾ ਜਾਵੇਗਾ। ਪੂਰੇ ਫਲੀਟ ਨੂੰ ਜ਼ੀਰੋ ਐਮਿਸ਼ਨ ਬਣਾਉਣ ਦੀ ਯੋਜਨਾ ਦੇ ਨਾਲ OC ਟਰਾਂਸਪੋਰਟ ਬੱਸਾਂ ਇਲੈਕਟ੍ਰਿਕ ਹੋ ਰਹੀਆਂ ਨੇ। ਆਟਵਾ ਵਿੱਚ ਇਸ ਵੇਲੇ 4 ਇਲੈਕਟ੍ਰਿਕ ਬੱਸਾਂ ਨੇ, ਪਰ ਹੋਰਾਂ ਲਈ ਇੱਕ ਯੋਜਨਾ ਬਣਾਈ ਜਾ ਰਹੀ ਹੈ। ਸਿਟੀ ਆਫ ਆਟਵਾ ਦੇ ਟ੍ਰਾਂਜ਼ਿਟ ਕਮਿਸ਼ਨ ਲਈ ਤਿਆਰ ਕੀਤੀ ਗਈ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ OC ਟਰਾਂਸਪੋਰਟ ਦੀਆਂ ਇਲੈਕਟ੍ਰਿਕ ਬੱਸਾਂ ਮੌਜੂਦਾ ਡੀਜ਼ਲ ਵਾਹਨਾਂ ਦੇ ਨਾਲ-ਨਾਲ ਕੰਮ ਕਰ ਰਹੀਆਂ ਨੇ, ਜੋ ਭਵਿੱਖ ਵਿੱਚ ਪੂਰੀ ਤਰ੍ਹਾਂ ਇਲੈਕਟ੍ਰਿਕ ਫਲੀਟ ਵਿੱਚ ਤਬਦੀਲੀ ਬਾਰੇ ਚਿੰਤਾਵਾਂ ਨੂੰ ਦੂਰ ਕਰਦੀਆਂ ਨੇ। ਇਹ ਪਿਛਲੇ ਮਈ ਵਿੱਚ ਇੱਕ ਪਿਛਲੀ ਰਿਪੋਰਟ ਦਾ ਪਾਲਣ ਕਰਦੀਆਂ ਨੇ, ਜਿਸ ਵਿੱਚ ਦਿਖਾਇਆ ਗਿਆ ਸੀ ਕਿ ਬੈਟਰੀ ਇਲੈਕਟ੍ਰਿਕ ਬੱਸਾਂ ਦੇ ਨਿਰਮਾਤਾ ਦੁਆਰਾ ਵਾਅਦਾ ਕੀਤਾ ਸੀਮਾ ਅਤੇ ਕੁਸ਼ਲਤਾ ਨੂੰ ਪੂਰੀ ਕੀਤੀ ਜਾਂ ਪਾਰ ਕੀਤਾ ਜਾ ਰਿਹਾ ਹੈ। ਕੈਪੀਟਲ ਪ੍ਰੋਜੈਕਟਸ ਅਤੇ ਇੰਜੀਨੀਅਰਿੰਗ ਦੇ ਪ੍ਰੋਗਰਾਮ ਦੇ ਮੈਨੇਜਰ ਨੇ ਬੀਤੇ ਦਿਨੀ ਸਿਟੀ ਦੇ ਪ੍ਰੋਗਰਾਮ ਮੈਨੇਜਰ ਨੂੰ ਦੱਸਿਆ ਹੈ ਕਿ 2 ਸਾਲ ਦੀ ਸੇਵਾ ਵਿੱਚ ਰਹਿਣ ਤੋਂ ਬਾਅਦ ਸਾਡੀਆਂ ਇਲੈਕਟ੍ਰਿਕ ਬੱਸਾਂ ਨੇ 5 ਲੱਖ ਕਿਲੋਮੀਟਰ ਤੋਂ ਵੱਧ ਇਕੱਠਾ ਕੀਤਾ ਹੈ ਅਤੇ 2023 ਵਿੱਚ ਪ੍ਰਤੀ ਬੱਸ ਲਗਭਗ 25,000 ਲੀਟਰ ਬਾਲਣ ਦੀ ਬਚਤ ਕੀਤੀ ਹੈ ਅਤੇ ਇਹ ਬੱਸਾਂ ਭਰੋਸੇਯੋਗ ਸਾਬਿਤ ਹੋਈਆਂ ਨੇ। ਸ਼ਹਿਰ ਪੂਰੀ ਤਰ੍ਹਾਂ ਦੇ ਨਾਲ ਚੱਲ ਰਿਹਾ ਹੈ। ਲਗਭਗ 700 ਡੀਜ਼ਲ ਸੰਚਾਲਿਤ ਬੱਸਾਂ 2036 ਤੱਕ ਪੜਾਅਵਾਰ ਬੰਦ ਕੀਤੀਆਂ ਜਾਣਗੀਆਂ। ਅਗਲੇ 3 ਸਾਲਾਂ ਵਿੱਚ ਲਗਭਗ 350 ਇਲੈਕਟ੍ਰੀਕਲ ਬੱਸਾਂ ਚੱਲਣਗੀਆਂ।
ਇਸ ਦੇ ਨਾਲ ਹੀ ਉਹਨਾਂ ਨੇ ਜਾਣਕਾਰੀ ਦਿੱਤੀ ਹੈ ਕਿ ਆਖਰੀ ਯੋਜਨਾ ਜਲਵਾਯੂ ਪਰਿਵਰਤਨ ਮਾਸਟਰ ਪਲਾਨ ਦੇ ਅਨੁਸਾਰ ਸਾਰੀਆਂ ਓਸੀ ਟਰਾਂਸਪੋਰਟ ਬੱਸਾਂ ਨੂੰ ਜ਼ੀਰੋ ਐਮਿਸ਼ਨ ਵਿੱਚ ਤਬਦੀਲ ਕਰਨਾ ਹੈ। ਉਹਨਾਂ ਨੇ ਕਿਹਾ ਕਿ ਇਹ ਵਾਤਾਵਰਣ ਲਈ ਬਿਹਤਰ ਹੈ ਅਤੇ ਇਸ ਵਿੱਚ ਬਾਲਣ ਦੀ ਲਾਗਤ ਘੱਟ ਹੈ, ਪਰ ਬਿਜਲੀ ਅਸਲ ਦੇ ਵਿੱਚ ਕਿੰਨੀ ਕੁ ਸਸਤੀ ਹੈ। ਨਿਰਧਾਰਿਤ ਹੋਣ ਲਈ ਟੀਚਾ ਹੈ ਕਿ ਰੱਖ ਰਖਾਅ ਤੇ ਬਚਤ ਹੁੰਦੀ ਹੈ ਅਤੇ ਊਰਜਾ ਤੇ ਵੀ। ਡੀਜ਼ਲ ਤੋਂ ਇਲੈਕਟ੍ਰਿਕ ਵੱਲ ਜਾਂਦੇ ਹੋਏ ਅਸੀਂ ਬਚਤ ਦੀ ਉਮੀਦ ਕਰਦੇ ਹਾਂ। ਇਲੈਕਟ੍ਰਿਕ ਬੱਸਾਂ ਖਰੀਦਣ ਲਈ ਵੀ ਜ਼ਿਆਦਾ ਖਰਚ ਆਉਂਦਾ ਹੈ। ਸ਼ਹਿਰ ਦਾ ਕਹਿਣਾ ਹੈ ਕਿ ਇਸਨੇ ਪ੍ਰਤੀ ਬੱਸ $1.4 ਮਿਲੀਅਨ ਦਾ ਬਜਟ ਰੱਖਿਆ ਹੈ, ਇੱਕ ਡੀਜ਼ਲ ਬੱਸ ਦੀ ਲਾਗਤ ਦੇ ਮੁਕਾਬਲੇ, ਜੋ ਲਗਭਗ $7 ਲੱਖ ਸਾਲ ਪਹਿਲਾਂ ਸੀ ਜਦੋਂ ਉਹ ਨਵੀਆਂ ਸੀ, ਤੇ ਹੁਣ ਇਹਨਾਂ ਦੀ ਕੀਮਤ ਵਧਦੀ ਜਾ ਰਹੀ ਹੈ। ਇਹ ਬੱਸ ਬਿਜਲੀ ਦੇ ਨਾਲ ਚੱਲਦੀ ਹੈ, ਉੱਥੋਂ ਬੋਰਡ ਤੇ ਡੀਜ਼ਲ ਦੇ ਨਾਲ ਚੱਲਣ ਵਾਲਾ ਹੀਟਰ ਹੈ। ਇਸ ਦੇ ਨਾਲ ਜਾਣਕਾਰੀ ਦਿੱਤੀ ਜਾਂਦੀ ਹੈ ਕਿ ਇਹ ਉਦੋਂ ਚਲਾਇਆ ਜਾਂਦਾ ਹੈ ਜਦੋਂ ਤਾਪਮਾਨ 5 ਡਿਗਰੀ ਸੈਲਸੀਅਸ ਤੋਂ ਘੱਟ ਹੁੰਦਾ ਹੈ। ਓਸੀ ਟਰਾਂਸਪੋ ਦਾ ਕਹਿਣਾ ਹੈ ਕਿ ਇਹ ਪਾਵਰ ਗ੍ਰਿਡ ਨੂੰ ਇੱਕ ਯੋਜਨਾਬੱਧ ਬੂਸਟ ਦੇ ਨਾਲ ਸੇਂਟ ਲੋਰੈਂਟ ਬੱਸ ਗੈਰਾਜ ਵਿੱਚ ਹੋਰ ਚਾਰਜਰਸ ਅਤੇ ਹੋਰ ਅਪਗ੍ਰੇਡ ਵੀ ਜੋੜ ਰਿਹਾ ਹੈ। ਇਸ ਦੇ ਨਾਲ ਹੀ ਉਹਨਾਂ ਨੇ ਜਾਣਕਾਰੀ ਦਿੱਤੀ ਹੈ ਕਿ ਅਸੀਂ ਹਾਈਡਰੋ ਆਟਵਾ ਦੇ ਨਾਲ ਸਾਂਝੇਦਾਰੀ ਦੇ ਵਿੱਚ ਹਾਂ ਜਦੋਂ ਉਹ ਇੱਕ ਅਸਥਾਈ ਸੇਵਾ ਲਿਆਉਣਗੇ, ਜਦੋਂ ਅਸੀਂ ਤਬਦੀਲੀ ਕਰਾਂਗੇ ਅਤੇ ਇੱਕ ਸਥਾਈ ਕਨੈਕਸ਼ਨ ਲਿਆਵਾਂਗੇ, ਕਿਉਂਕਿ ਉਹ ਪ੍ਰੋਗਰਾਮ ਲਈ ਲੋੜੀਂਦੀ ਬਿਜਲੀ ਦਾ ਸਮਰਥਨ ਕਰਨ ਲਈ ਆਪਣਾ ਨਵਾਂ ਆਫ ਸਾਈਟ ਸਬ ਸਟੇਸ਼ਨ ਬਣਾ ਰਹੇ ਨੇ। ਜ਼ਿਕਰਯੋਗ ਹੈ ਕਿ ਬਿਜਲੀ ਬੰਦ ਹੋਣ ਦੀ ਸਥਿਤੀ ਵਿੱਚ ਬੱਸਾਂ ਨੂੰ ਚਾਰਜ ਕਰਨ ਲਈ 2 ਕੁਦਰਤੀ ਗੈਸ ਨਾਲ ਚੱਲਣ ਵਾਲੇ ਬੈਕਅਪ ਜਨਰੇਟਰ ਵੀ ਰੱਖੇ ਜਾਣਗੇ। ਅਲਬਰਟਾ ਸਰਕਾਰ ਆਪਣੇ ਬਜਟ 2024 ਰਾਹੀਂ ਸੂਬੇ ਵਿੱਚ ਵਿਕਾਸ ਕਰ ਰਹੀ ਹੈ। ਪੀਣ ਵਾਲੇ ਪਾਣੀ ਤੋਂ ਇਲਾਵਾ ਹੁਣ ਵੇਸਟ ਵਾਟਰ ਟ੍ਰੀਟਮੈਂਟ ਪਲਾਂਟ ਦਾ ਵਿਸਤਾਰ ਕਰਨ ਲਈ ਵੀ ਸਰਕਾਰ ਦੁਆਰਾ ਨਿਵੇਸ਼ ਕੀਤਾ ਜਾ ਰਿਹਾ ਹੈ। ਅਧਿਕਾਰੀਆਂ ਨੇ ਘੋਸ਼ਣਾ ਕਰਕੇ ਜਾਣਕਾਰੀ ਦਿੱਤੀ ਹੈ ਕਿ ਸਟ੍ਰੈਥਕੋਨਾ ਕਾਉਂਟੀ ਵਿੱਚ 3 ਸਾਲਾਂ ਵਿੱਚ $50 ਮਿਲੀਅਨ ਦਾ ਨਿਵੇਸ਼ ਕੀਤਾ ਜਾਵੇਗਾ। ਐਰੋ ਯੂਟਿਲਿਟੀਜ਼ ਨੂੰ ਪਹਿਲਾਂ ਅਲਬਰਟਾ ਕੈਪੀਟਲ ਰੀਜਨ ਵੇਸਟ ਵਾਟਰ ਕਮਿਸ਼ਨ ਵਜੋਂ ਜਾਣਿਆ ਜਾਂਦਾ ਸੀ ਅਤੇ ਇਹ ਪਲਾਂਟ ਐਡਮਿੰਟਨ ਖੇਤਰ ਵਿੱਚ ਭਾਈਚਾਰਿਆਂ ਦਾ ਸਮਰਥਨ ਕਰੇਗਾ। ਅਧਿਕਾਰੀਆਂ ਦਾ ਕਹਿਣਾ ਹੈ ਕਿ ਉਦਯੋਗਿਕ ਉਦੇਸ਼ਾਂ ਲਈ ਵੇਚੇ ਜਾ ਸਕਣ ਵਾਲੇ ਗੰਦੇ ਪਾਣੀ ਦੇ ਵਾਧੂ ਇਲਾਜ ਲਈ ਪਲਾਂਟ ਦੀ ਲੋੜ ਹੈ। ਟਰਾਂਸਪੋਰਟ ਅਤੇ ਆਰਥਿਕ ਗਲਿਆਰਿਆਂ ਦੇ ਮੰਤਰੀ ਡੇਵਿਨ ਟ੍ਰਿਸ਼ਨ ਨੇ ਪੱਤਰਕਾਰਾਂ ਨੂੰ ਦੱਸਿਆ ਹੈ ਕਿ ਇਹ ਪ੍ਰਤੀ ਦਿਨ ਲਗਭਗ 35 ਮਿਲੀਅਨ ਲੀਟਰ ਦੇ ਬਰਾਬਰ ਹੈ, ਜੋ ਉੱਤਰੀ ਸਸਕੇਚੁਆਨ ਨਦੀ ਵਿੱਚੋਂ ਬਾਹਰ ਕੱਢਿਆ ਜਾਵੇਗਾ, ਜਿਸ ਨੂੰ ਇਸ ਸਹੂਲਤ ਦੇ ਨਾਲ ਬਦਲਿਆ ਜਾ ਰਿਹਾ ਹੈ। ਬਸ ਇਸ ਨੂੰ ਪਰਪੇਖ ਵਿੱਚ ਰੱਖਦੇ ਹੋਏ ਇਹ 14 ਓਲੰਪਿਕ ਆਕਾਰ ਦੇ ਸਵਿਮਿੰਗ ਪੂਲ ਨੇ ਜੋ ਹਰ ਰੋਜ਼ ਉੱਤਰੀ ਸਸਕੇਚੁਆਨ ਨਦੀ ਤੋਂ ਬਾਹਰ ਕੱਢੇ ਜਾਣਗੇ। ਕਿਫਾਇਤੀ ਅਤੇ ਉਪਯੋਗਤਾਵਾਂ ਦੇ ਮੰਤਰੀ ਨੇਥਨ ਨਿਊਡੌਰਫ ਨੇ ਦੱਸਿਆ ਹੈ ਕਿ ਇਹ ਨਾ ਸਿਰਫ ਰਾਜਧਾਨੀ ਖੇਤਰ ਅਤੇ ਆਲੇ-ਦੁਆਲੇ ਦੀਆਂ ਨਗਰਪਾਲਿਕਾਵਾਂ ਵਿੱਚ ਹਜ਼ਾਰਾਂ ਕਾਰੋਬਾਰਾਂ ਅਤੇ ਪ੍ਰਮੁੱਖ ਉਦਯੋਗਾਂ ਦੀ ਮਦਦ ਕਰਦਾ ਹੈ, ਪਰ ਇਹ 4 ਲੱਖ ਤੋਂ ਵੱਧ ਰਿਹਾਇਸ਼ੀ ਦਰਦਾਤਾਵਾਂ ਲਈ ਉਪਯੋਗਤਾ ਬਿੱਲਾਂ ਨੂੰ ਘਟਾਉਣ ਵਿੱਚ ਵੀ ਮਦਦ ਕਰੇਗਾ। ਉਹਨਾਂ ਨੇ ਉਮੀਦ ਕੀਤੀ ਹੈ ਕਿ ਇਹ ਉਹਨਾਂ ਵਿੱਚੋਂ ਕੁਝ ਰੇਟ ਦਾਤਾਵਾਂ ਲਈ ਦਰਾਂ ਵਿੱਚ 60% ਤੋਂ ਵੱਧ ਦੀ ਕਟੌਤੀ ਕਰ ਸਕਦਾ ਹੈ। ਟ੍ਰੀਟ ਕੀਤੇ ਗੰਦੇ ਪਾਣੀ ਦੀ ਵਰਤੋਂ ਕਈ ਕਾਰੋਬਾਰਾਂ ਦੁਆਰਾ ਕੀਤੀ ਜਾਵੇਗੀ, ਜਿਸ ਵਿੱਚ 에ਅਰ ਪ੍ਰੋਡਕਟਸ ਦੇ ਹਾਈਡਰੋਜਨ ਪਲਾਂਟ ਵਿੱਚ ਹਾਈਡਰੋਜਨ ਦੇ ਉਤਪਾਦਨ ਸ਼ਾਮਿਲ ਨੇ, ਜੋ ਰਿਹਾਇਸ਼ੀ ਵਰਤੋਂ ਲਈ ਟ੍ਰੀਟ ਕੀਤੇ ਪਾਣੀ ਦੀ ਵਰਤੋਂ ਕਰਨ ਦੀ ਲੋੜ ਨੂੰ ਖਤਮ ਕਰ ਦੇਣਗੇ। ਸਰਕਾਰ ਦਾ ਕਹਿਣਾ ਹੈ ਕਿ ਇਹ ਅਲਬਰਟਾ ਦੀ ਹਾਈਡਰੋਜਨ ਵਿਕਾਸ ਰਣਨੀਤੀ ਦਾ ਹਿੱਸਾ ਹੈ। ਪ੍ਰੋਵਿੰਸ ਨੂੰ ਉਮੀਦ ਹੈ ਕਿ ਹਾਈਡਰੋਜਨ ਅਰਥ ਵਿਵਸਥਾ ਉਸਾਰੀ ਦੇ ਪੜਾਅ ਦੌਰਾਨ ਹਜ਼ਾਰਾਂ ਨੌਕਰੀਆਂ ਅਤੇ ਅਰਬਾਂ ਡਾਲਰ ਦੀ ਆਰਥਿਕ ਗਤੀਵਿਧੀ ਲਿਆਂਦੀ ਜਾਵੇਗੀ ਅਤੇ ਆਪਰੇਸ਼ਨ ਪੜਾਅ ਦੌਰਾਨ ਹਜ਼ਾਰਾਂ ਨੌਕਰੀਆਂ ਅਤੇ ਸੈਂਕੜੇ ਮਿਲੀਅਨ ਡਾਲਰ ਵੀ ਲਿਆਂਦੇ ਜਾਣਗੇ। ਜ਼ਿਕਰਯੋਗ ਹੈ ਕਿ ਇਹ ਪੈਸਾ ਸੂਬੇ ਵੱਲੋਂ ਹਾਲ ਹੀ ਵਿੱਚ ਐਲਾਨੇ ਗਏ ਬਜਟ 2024 ਦਾ ਇੱਕ ਹਿੱਸਾ ਹੈ। ਬ੍ਰਿਟੇਨ ਸਮੇਤ ਦੁਨੀਆ ਦੇ ਕਈ ਦੇਸ਼ ਇਸ ਸਮੇਂ ਮੰਦੀ ਦੀ ਲਪੇਟ ਦੇ ਵਿੱਚ ਨੇ। ਜਾਪਾਨ ਇਸ ਤੋਂ ਥੋੜਾ ਬਚ ਗਿਆ ਹੈ, ਪਰ ਕੈਨੇਡਾ ਦੇ ਮੰਦੀ ਵਿੱਚ ਫਸਣ ਦਾ ਖਤਰਾ ਬਣਿਆ ਹੋਇਆ ਹੈ। ਦੇਸ਼ ਵਿੱਚ ਦਿਵਾਲੀਆਪਨ ਲਈ ਅਰਜ਼ੀ ਦੇਣ ਵਾਲੀਆਂ ਕੰਪਨੀਆਂ ਦੀ ਗਿਣਤੀ ਵਿੱਚ ਤੇਜ਼ੀ ਨਾਲ ਵਾਧਾ ਹੋਇਆ ਹੈ। ਇਕੱਲੇ ਜਨਵਰੀ ਦੇ ਵਿੱਚ ਹੀ ਕੈਨੇਡਾ ਵਿੱਚ 800 ਤੋਂ ਵੱਧ ਕੰਪਨੀਆਂ ਨੇ ਦਿਵਾਲੀਆਪਨ ਲਈ ਦਾਇਰ ਕੀਤਾ ਹੈ। ਇਸ ਤੋਂ ਪਹਿਲਾਂ 2023 ਵਿੱਚ ਦੇਸ਼ ਵਿੱਚ ਦਿਵਾਲੀਆਪਨ ਫਾਈਲਿੰਗ ਵਿੱਚ ਲਗਭਗ 40% ਦਾ ਵਾਧਾ ਹੋਇਆ ਸੀ। ਦਿਵਾਲੀਆਪਨ ਲਈ ਅਰਜ਼ੀਆਂ ਦੇਣ ਵਾਲੀਆਂ ਕੰਪਨੀਆਂ ਦੀ ਗਿਣਤੀ 13 ਸਾਲਾਂ ਵਿੱਚ ਸਭ ਤੋਂ ਵੱਧ ਹੋ ਚੁੱਕੀ ਹੈ। ਕੋਰੋਨਾ ਕਾਲ ਦੌਰਾਨ ਕੰਪਨੀਆਂ ਨੂੰ $45,000 ਦਾ ਵਿਆਜ ਮੁਕਤ ਕਰਜ਼ਾ ਦਿੱਤਾ ਗਿਆ ਸੀ, ਜਿਸ ਦੀ ਮੁੜ ਅਦਾਇਗੀ ਦੀ ਸਮਾਂ ਸੀਮਾ ਜਨਵਰੀ ਵਿੱਚ ਖਤਮ ਹੋ ਗਈ ਸੀ। ਛੋਟੀਆਂ ਕੰਪਨੀਆਂ ਕੈਨੇਡਾ ਦੀ ਕੁੱਲ ਘਰੇਲੂ ਪੈਦਾਵਾਰ ਦਾ ਲਗਭਗ 33% ਹਿੱਸਾ ਬਣਾਉਂਦੀਆਂ ਨੇ। ਅਜਿਹੇ ਦੇ ਵਿੱਚ ਇਹ ਸਵਾਲ ਪੈਦਾ ਹੁੰਦਾ ਹੈ ਕਿ ਕੀ ਕੈਨੇਡਾ ਮੰਦੀ ਦੇ ਵੱਲ ਵਧ ਰਿਹਾ ਹੈ। ਕੈਨੇਡੀਅਨ ਸਰਕਾਰ ਦੇ ਆંકੜਿਆਂ ਦੇ ਮੁਤਾਬਿਕ ਦੇਸ਼ ਦੀ ਆਰਥਿਕਤਾ ਮਜ਼ਬੂਤ ਬਣੀ ਹੋਈ ਹੈ, ਪਰ ਛੋਟੀਆਂ ਕੰਪਨੀਆਂ ਤੇ ਬਹੁਤ ਸਾਰੇ ਖਪਤਕਾਰ ਸੰਘਰਸ਼ ਕਰ ਰਹੇ ਨੇ।
ਕੈਨੇਡਾ ਦੀ ਆਰਥਿਕਤਾ ਦਸੰਬਰ ਦੇ ਵਿੱਚ 0.3% ਵਧਣ ਦੀ ਉਮੀਦ ਹੈ। ਇਸ ਤਰ੍ਹਾਂ ਚੌਥੀ ਤਿਮਾਹੀ 'ਚ 1.2% ਦੇ ਵਾਧੇ ਦੀ ਸੰਭਾਵਨਾ ਹੈ। ਤੀਜੀ ਤਿਮਾਹੀ 'ਚ ਦੇਸ਼ ਦੀ GDP 'ਚ 1.1% ਦੀ ਗਿਰਾਵਟ ਦਰਜ ਕੀਤੀ ਗਈ ਸੀ। ਲਗਾਤਾਰ 2 ਤਿਮਾਹੀਆਂ ਵਿੱਚ ਆਮਦਨ ਵਿੱਚ ਗਿਰਾਵਟ ਨੂੰ ਮੰਦੀ ਕਿਹਾ ਜਾਂਦਾ ਹੈ। ਇਸ ਤਰ੍ਹਾਂ ਦੇਖੀਏ ਤਾਂ ਕੈਨੇਡਾ ਇਸ ਵੇਲੇ ਮੰਦੀ ਦੀ ਮਾਰ ਹੇਠ ਆਉਣ ਤੋਂ ਬਚ ਰਿਹਾ ਹੈ। ਪਰ ਜਨਵਰੀ ਵਿੱਚ ਇਸ ਤਰ੍ਹਾਂ 800 ਕੰਪਨੀਆਂ ਨੇ ਇੱਕ ਤੋਂ ਬਾਅਦ ਇੱਕ ਦਿਵਾਲੀਆਪਨ ਲਈ ਅਰਜ਼ੀਆਂ ਦਿੱਤੀਆਂ। ਉਸ ਨਾਲ ਮੰਦੀ ਦਾ ਡਰ ਇੱਕ ਵਾਰ ਫਿਰ ਸਿਰ ਚੁੱਕਣ ਲੱਗਾ ਹੈ। ਅਜਿਹੇ ਦੇ ਵਿੱਚ ਇਹ ਵੀ ਸਵਾਲ ਉਠਾਏ ਜਾ ਰਹੇ ਨੇ ਕਿ ਸਰਕਾਰ ਇਹਨਾਂ ਕੰਪਨੀਆਂ ਨੂੰ ਸਹਾਰਾ ਦੇਣ ਵਾਸਤੇ ਕੀ ਅਹਿਮ ਕਦਮ ਚੁੱਕੇਗੀ। ਅੱਜ ਦੀਆਂ ਕੈਨੇਡਾ ਨਿਊਜ਼ ਬੁਲਟਨ ਵਿੱਚ ਬਸ ਇੰਨਾ ਹੀ। ਜਾਂਦੇ ਇੱਕ ਵਾਰ ਫਿਰ ਨਜ਼ਰ ਮਾਰ ਲੈਂਦੇ ਹਾਂ ਮੁੱਖ ਹੈਡਲਾਈਨਸ ਤੇ। ਸਿਹਤ ਮੰਤਰੀ ਮਾਰਕ ਹਾਲੈਂਡ ਨੇ ਕੀਤੀ ਘੋਸ਼ਣਾ, ਸਸਕੇਚੁਆਨ ਦੇ ਨਾਲ ਕੀਤੇ ਗਏ 2 ਸਮਝੌਤੇ। ਟੋਰਾਂਟੋ ਪੁਲਿਸ ਚੀਫ ਨੇ ਦਿੱਤੀ ਜਾਣਕਾਰੀ, ਨਫ਼ਰਤੀ ਅਪਰਾਧਾਂ 'ਚ ਹੋ ਰਿਹਾ ਹੈ ਵਾਧਾ। ਆਟੋ ਚੋਰੀ ਬਣੀ ਗੰਭੀਰ ਮੁੱਦਾ, ਟੋਰਾਂਟੋ ਪੁਲਿਸ ਚੀਫ ਨੇ ਅਪਡੇਟ ਕੀਤੀ ਪ੍ਰਧਾਨ। AI ਰਾਹੀਂ ਠੱਗੇ ਗਏ ਹਜ਼ਾਰਾਂ ਰੁਪਏ ਕ੍ਰਿਪਟੋ ਕਰੰਸੀ ਘੁਟਾਲਾ ਆਇਆ ਸਾਹਮਣੇ। ਇਸ ਦੇ ਨਾਲ ਹੀ ਮੈਨੂੰ ਦਿਓ ਇਜਾਜ਼ਤ, ਕੱਲ ਫਿਰ ਮਿਲਾਂਗੇ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ। ਧੰਨਵਾਦ।